मेरे मदर एक कॉस्ट एंड मैनेजमेंट अकाउंटेंट है सीएमए ਤੇ ਉਹਨਾਂ ਨੇ ਡਿਗਰੀ ਤਾਂ ਕੀਤੀ ਪਰ ਲੇਕਿਨ ਆਪਾਂ ਛੋਟੇ ਸੀਗੇ ਉਸ ਵਕਤ ਤੇ ਉਹ ਆਪਣਾ ਆਫਿਸ ਜਾਂ ਆਪਣੀ ਪ੍ਰੈਕਟਿਸ ਦਾ ਜਿਹੜਾ ਸੁਪਨਾ ਸੀਗਾ ਉਹ ਕਦੇ ਵੀ ਪੂਰਾ ਨਹੀਂ ਕਰ ਸਕੇ। ਆਪਣੀ ਮਦਰ ਲਈ ਮਤਲਬ ਇੱਕ ਇੱਦਾਂ ਦਾ ਆਪਣੀ ਪ੍ਰੈਕਟਿਸ ਐਸਟੈਬਲਿਸ਼ ਕਰਨੀ ਹੈ ਕਿ ਇੱਕ ਇੱਦਾਂ ਦਾ ਆਫਿਸ ਬਣੇ ਕਿ ਜਿੱਥੇ ਆਪਾਂ ਮਦਰ ਨੂੰ ਲੈ ਕੇ ਜਾਈਏ ਉਹ ਆਪਣੇ ਸੁਪਨੇ ਨੂੰ ਜੀ ਸਕੇ। मैं चाहती थी मेरे बच्चे अपना ऑफिस खोलन सीए बनन, इन्हां दा नाम इन्ना कि जम के मेरा ये सपना पूरा हो गया कि भगवान ने मेरी मदद की है। राती 4-4 बजे सो सवेरे 9 बजे क्लाइंट मीट क्योंकि देखो ट्रेनिंग ਨੂੰ टाइम देना एट मोस्ट इंपॉर्टेंट है क्योंकि जो उस तो बिना ਤੁਸੀਂ एग्जाम्स क्लीयर कर भी ले ਤੇ ਬਾय द एंड ऑफ द डे ਤੁਸੀਂ ਕੁਝ ਨਹੀਂ। ਕਦੀ ਵੀ ਇੱਦਾਂ ਨਾ ਹੋਵੇ ਕਿ ਤੁਹਾਡਾ ਵਰਕ ਜਿਹੜਾ ਪਾਇਲ ਅਪ ਹੋ ਜਾਵੇ। ਬੈਸਟ ਇਹੀ ਹੈ ਕਿ ਆਪਣੀ ਡੇ ਟੂ ਡੇ ਕਰੋ ਸਟੱਡੀ ਤੇ ਨਾਲ ਆਪਣਾ ਹਰ ਚੀਜ਼ ਮੈਨੇਜ ਕਰੋ। ਪਲੱਸ ਮੇਨ ਚੀਜ਼ ਉਹ ਆ ਜਾਂਦੀ ਹੈ ਕਿ ਐਟਲੀਸਟ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੇ ਆਪਣੀ ਸਟੱਡੀ ਵੀ ਕਰਦੇ ਪਏ ਹੋ, ਆਫੀਸ਼ੀਅਲ ਵਰਕ ਵੀ ਕਰਦੇ ਪਏ ਹੋ, ਇੱਕਦਮ ਘਰ ਵੀ ਦੇਖਣਾ ਪੈਂਦਾ ਵੈ ਤੇ ਉਹ ਸਭ ਕੁਝ ਤੁਸੀਂ ਮਾਈਂਡ 'ਚ ਇੱਕ ਮੈਪ ਸਟ੍ਰੈਟਜੀ ਬਣਾ ਕੇ ਚੱਲਦੇ ਹੋ ਕਿ ਹਾਂ ਮੇਰਾ ਉਹ ਫੋਕਸ ਹੈ ਤੇ ਮੈਂ ਉੱਥੇ ਤੱਕ ਪਹੁੰਚਣਾ ਹੈ। ਉਹਦੇ ਲਈ ਮੈਨੂੰ ਅੱਜ ਹੀ ਕੁਝ ਸੈਕਰੀਫਾਈਸ ਕਰਨਾ ਪੈਂਦਾ ਹੈ ਦੈਟ ਇਜ਼ ਵਰਥ ਵਾਈਲ ਜਦੋਂ ਮੈਂ ਉੱਥੇ ਤੱਕ ਪਹੁੰਚ ਜਾਊਂਗਾ। ਜੇ ਆਪਾਂ ਇਹ 5 ਸਾਲ ਕਰ ਲਾਂਗੇ ਨਾ, ਇਹ ਬੇਸਿਕਲੀ ਉਹਦੀ ਮਦਦ ਦਾ ਹੀ ਮੰਤਰ ਹੈ। ਜੇ ਤੁਸੀਂ ਇਹ 5 ਸਾਲ ਪੜ੍ਹ ਲਓਗੇ ਤਾਂ ਅਗਲੇ 50 ਸਾਲ ਤੁਹਾਡੀ ਐਸ਼ ਹੈ। ਜੇ ਤੁਸੀਂ ਇਹ 5 ਸਾਲ ਆਪਣੀ ਚੀਜ਼ਾਂ ਨੂੰ ਸੈਕਰੀਫਾਈਸ ਨਹੀਂ ਕਰਦੇ ਤੇ ਅਗਲੇ 50 ਸਾਲ ਸਾਨੂੰ ਜਿਹੜੇ ਆ ਉਹ ਸਾਨੂੰ ਸਟਰਗਲ ਹੀ ਕਰਨੀ ਪੈਣੀ ਹੈ। ਜਲੰਧਰ ਦੇ ਉਪਕਾਰ ਨਗਰ ਵਿੱਚ ਰਹਿਣ ਵਾਲੇ ਦੋ ਸਕੇ ਭਰਾ ਇਕੱਠੇ ਸੀਏ ਬਣੇ ਹਨ। ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੀ ਕੀ ਪ੍ਰੈਕਟਿਸ ਰਹੀ, ਕੀ ਸ਼ਡਿਊਲ ਰਹਿੰਦਾ ਸੀਗਾ ਤੇ ਉਹਨਾਂ ਨੇ ਆਖਿਰ ਸੀਏ ਫੀਲਡ ਹੀ ਕਿਉਂ ਚੁਣੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। ਥੈਂਕ ਯੂ ਮੈਮ। ਤਰੁਣ, ਤੁਹਾਡੇ ਤੋਂ ਆਪਾਂ ਜਾਣਨਾ ਚਾਹੁੰਦੇ ਹਾਂ ਕਿ ਤੁਸੀਂ ਸੀਏ ਫੀਲਡ ਹੀ ਕਿਉਂ ਚੁਣੀ। ਮੈਮ ਇਹਦੇ ਪਿੱਛੇ ਜੋ ਮਤਲਬ ਮੇਰੀ ਮੋਟੀਵੇਸ਼ਨ ਰਹੇ ਹੈ, ਜਿਸ ਮਰਜ਼ੀ ਤਰ੍ਹਾਂ ਤੁਸੀਂ ਕਹਿ ਲਓ, ਮਤਲਬ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤਾ, ਜਿਨ੍ਹਾਂ ਨੇ ਮੈਨੂੰ ਇੰਨੀ ਵਿਲ ਪਾਵਰ ਦਿੱਤੀ ਕਿ ਮੈਂ ਐਡੇ ਵੱਡੇ ਚੈਲੰਜ ਨੂੰ ਫੇਸ ਕਰ ਸਕਾਂ, ਉਹ ਹੈਗੇ ਮੇਰੇ ਮਦਰ। ਕਿਉਂਕਿ ਗੱਲ ਇਹ ਸੀਗੀ ਕਿ ਮੇਰੇ ਮਦਰ ਇੱਕ ਕਾਸਟ ਐਂਡ ਮੈਨੇਜਮੈਂਟ ਅਕਾਊਂਟੈਂਟ ਹੈ ਸੀਐਮਏ ਅਤੇ ਉਹਨਾਂ ਨੇ ਡਿਗਰੀ ਤਾਂ ਕੀਤੀ ਪਰ ਲੇਕਿਨ ਆਪਾਂ ਛੋਟੇ ਸੀਗੇ ਉਸ ਵਕਤ ਅਤੇ ਉਹ ਆਪਣਾ ਆਫਿਸ ਜਾਂ ਆਪਣੀ ਪ੍ਰੈਕਟਿਸ ਦਾ ਜਿਹੜਾ ਸੁਪਨਾ ਸੀਗਾ ਉਹ ਕਦੇ ਵੀ ਪੂਰਾ ਨਹੀਂ ਕਰ ਸਕੇ। ਅਤੇ ਇਸ ਕਰਕੇ ਮਤਲਬ ਚਾਹੇ ਉਹਨਾਂ ਨੇ ਸਾਨੂੰ ਕਦੇ ਡਾਇਰੈਕਟਲੀ ਕਿਹਾ ਨਹੀਂ ਪਰ ਲੇਕਿਨ ਦੇਖੋ ਪਤਾ ਤਾਂ ਹੁੰਦਾ ਹੀ ਹੈ ਜੋ ਘਰ 'ਚ ਗੱਲ ਹੈ। ਅਤੇ ਇਸ ਕਰਕੇ ਸਾਡਾ ਇਹ ਮੋਟਿਵ ਸੀਗਾ ਕਿ ਆਪਣੀ ਮਦਰ ਦਾ ਉਹ ਸੁਪਨਾ ਪੂਰਾ ਕਰਨਾ ਹੈ। ਆਪਣੀ ਮਦਰ ਲਈ ਮਤਲਬ ਇੱਕ ਇੱਦਾਂ ਦਾ ਆਪਣੀ ਪ੍ਰੈਕਟਿਸ ਐਸਟੈਬਲਿਸ਼ ਕਰਨੀ ਹੈ ਕਿ ਇੱਕ ਇੱਦਾਂ ਦਾ ਆਫਿਸ ਬਣੇ ਕਿ ਜਿੱਥੇ ਆਪਾਂ ਮਦਰ ਨੂੰ ਲੈ ਕੇ ਜਾਈਏ ਉਹ ਆਪਣੇ ਸੁਪਨੇ ਨੂੰ ਜੀ ਸਕਣ। ਅਤੇ ਉਹੀ ਸਾਡਾ ਮੇਨ ਮੋਟਿਵ ਸੀਗਾ ਜੋ ਮੈਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਸਹੀ ਰਸਤੇ 'ਤੇ ਹਾਂ ਅਤੇ ਹੁਣ ਉਹ ਜਲਦੀ ਹੀ ਪੂਰਾ ਹੋਏਗਾ। ਇਹ ਸੋਚਿਆ ਸੀਗਾ ਕਿ ਤੁਹਾਡੇ ਇੰਨੇ ਅੱਛੇ ਮਾਰਕਸ ਆ ਜਾਣਗੇ। ਮੈਮ ਮਾਰਕਸ ਦੇ ਰਿਗਾਰਡਿੰਗ ਗੱਲ ਕਰੀਏ ਤਾਂ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀ ਸਮਝਦਾ ਕਿਉਂਕਿ ਮੈਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਰਿਆਂ ਨੂੰ ਆਪਣੀ ਨਾ ਰਿਜ਼ਲਟ ਦੀ ਫੋਟੋ ਸ਼ੇਅਰ ਕੀਤੀ ਸੀਗੀ ਐਕਚੁਅਲੀ ਮਾਰਕਸ਼ੀਟ। ਅਤੇ ਜਿਹੜੇ ਮੇਰੇ ਫਰੈਂਡਸ ਨੇ ਦੇਖਿਆ ਅਤੇ ਸਾਰੇ ਇੱਦਾਂ ਹੀ ਸੀਗੇ ਕਿ ਬਈ ਇੱਕ ਪੇਪਰ 'ਚ ਮੇਰੇ 40 ਮਾਰਕਸ ਹੈ ਕਿਉਂਕਿ 40 ਚਾਹੀਦੇ ਹੁੰਦੇ ਪਾਸ ਹੋਣ ਲਈ। ਅਤੇ ਮੈਂ ਲੱਕੀ ਵੀ ਜ਼ਿਆਦਾ ਰਿਹਾ ਇੰਸਟੈਡ ਕਿ ਮੈਂ ਇਹਨਾਂ 'ਤੇ ਸੋਚਿਆ ਨਹੀਂ ਸੀ ਮਾਰਕਸ ਆਊਗੇ ਕਿ ਪਿਛਲੇ 2 ਦਿਨ ਤੋਂ ਮੈਂ ਸੋ ਨਹੀਂ ਪਾਇਆ ਸੀ ਸਿਰਫ ਉਸ ਐਗਜ਼ਾਮ ਦੇ ਕਰਕੇ ਕਿ ਮੈਨੂੰ ਪਤਾ ਸੀ ਉਹ ਐਗਜ਼ਾਮ ਕਿਤੇ ਨਾ ਕਿਤੇ ਸ਼ਾਇਦ ਮੈਨੂੰ ਹਿੱਟ ਕਰ ਜਾਏਗਾ। ਪਰ ਲੇਕਿਨ ਸੋਚਿਆ ਤਾਂ ਬਿਲਕੁਲ ਨਹੀਂ ਸੀਗਾ ਕਦੇ ਇੰਨੇ ਮਾਰਕਸ ਆ ਸਕਣਗੇ। ਪਰ ਲੇਕਿਨ ਬਾਏ ਗੋਡਸ ਗ੍ਰੇਸ ਜਿੱਦਾਂ ਆਪਾਂ ਕਹਿ ਦਈਦਾ ਵਾ ਅਤੇ ਮਦਰ ਦਾ ਆਸ਼ੀਰਵਾਦ ਤਾਂ ਚਲੋ ਸੀਗਾ ਹੀ ਸ਼ੁਰੂਆਤ ਤੋਂ ਹੀ ਨਾਲ। ਅਤੇ ਇਸ ਕਰਕੇ ਆਪਾਂ ਚਾਹੇ 40 ਤੇ ਸਹੀ ਪਰ ਲੇਕਿਨ ਆਪਾਂ ਬਹੁਤ ਅੱਛੇ ਮਾਰਕਸ ਲੈ ਕੇ ਪਾਸ ਹੋ ਸਕੇ। ਸੀਏ ਦੀ ਕੋਚਿੰਗ ਕਿੱਥੋਂ ਲਿੱਤੀ ਤੁਸੀਂ? ਮੈਮ ਕੋਚਿੰਗ ਜੇ ਆਪਾਂ ਗੱਲ ਕਰੀਏ ਫਾਈਨਲ ਦੀ ਅਤੇ ਫਾਈਨਲ ਮੈਂ ਪ੍ਰੈਫਰ ਕਰਦਾ ਹੁੰਦਾ ਸੀਗਾ ਕਿ ਮੈਂ ਪੈਨ ਡਰਾਈਵ ਮੋਡ ਕਰਾਂ ਬਿਕੋਜ਼ ਪੈਨ ਡਰਾਈਵ ਦੇ ਕੀ ਹੈ ਕਿ ਤੁਸੀਂ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਜਿੱਦਾਂ ਮਰਜ਼ੀ ਯੂਜ਼ ਕਰ ਲਓ। ਪੈਨ ਡਰਾਈਵ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਆ ਬੀਇੰਗ ਜਦੋਂ ਮੈਂ ਟ੍ਰੇਨਿੰਗ ਕਰਦਾ ਸੀਗਾ ਦਿੱਲੀ ਦੇ ਵਿੱਚ ਅਤੇ ਉਹਨਾਂ ਦਾ ਆਊਟ ਸਟੇਸ਼ਨਸ ਆਡਿਟ ਬਹੁਤ ਰਹਿੰਦੇ ਆ ਅਰਾਊਂਡ 1.5 2 ਮਹੀਨੇ ਸਾਨੂੰ ਆਊਟ ਸਟੇਸ਼ਨ ਰਹਿਣਾ ਪੈ ਜਾਂਦਾ ਸੀਗਾ। ਅਤੇ ਉਸ ਵੇਲੇ ਕੋਈ ਸਾਨੂੰ ਅਲਾਊਡ ਵੀ ਨਹੀਂ ਕਰਦਾ ਸੀਗਾ ਕਲਾਸਿਸ ਕਿਉਂਕਿ ਉੱਥੇ ਟਾਈਮ ਪੀਰੀਅਡ ਹੁੰਦਾ ਉਹਨਾਂ ਦਾ ਕਿ ਐਗਜ਼ਾਮ ਤੋਂ 6 ਮੰਥ ਪਹਿਲਾਂ ਹੀ ਸਿਰਫ ਤੁਹਾਨੂੰ ਕਲਾਸਿਸ ਅਲਾਊਡ ਕੀਤੀਆਂ ਜਾਣਗੀਆਂ ਅਤੇ ਸਾਨੂੰ ਖੁਦ ਨੂੰ ਮੈਨੇਜ ਕਰਨਾ ਅਤੇ ਇਸ ਕਰਕੇ ਮੈਨੇਜਿੰਗ ਲਈ ਬੈਸਟ ਆਪਸ਼ਨ ਸੀਗਾ ਪੈਨ ਡਰਾਈਵ। ਅਤੇ ਉਹ ਪੈਨ ਡਰਾਈਵ ਮੈਂ ਜਿੱਦਾਂ ਦੱਸਾਂ ਕਿ ਜੇ ਆਪਾਂ ਆਊਟ ਸਟੇਸ਼ਨ ਆਡਿਟ 'ਤੇ ਜਾ ਰਹੇ ਹਾਂ ਅਤੇ ਮਤਲਬ ਕਲੋਥਸ ਤੋਂ ਜ਼ਿਆਦਾ ਮੇਰੇ ਪਾਸ ਜੋ ਹੁੰਦੇ ਸੀਗੇ ਨਾ ਬੁੱਕਸ ਜ਼ਿਆਦਾ ਹੁੰਦੀਆਂ ਸੀਗੀਆਂ ਕਲੋਥਸ ਤਾਂ ਹੁੰਦੇ ਨਹੀਂ ਸੀਗੇ। ਕਲੋਥਸ ਦਾ ਜੋ ਚਲੋ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਉਹ ਆਪਾਂ ਸਿਰਫ ਉਹੀ ਰੱਖ ਦਿੰਦੇ ਸੀ ਪਰ ਲੇਕਿਨ ਬੁੱਕਸ ਜ਼ਿਆਦਾ ਹੁੰਦੀਆਂ ਸੀਗੀਆਂ ਅਤੇ ਮਤਲਬ ਆਡਿਟ ਕਰਕੇ ਆਉਣਾ। ਅਤੇ ਇਸ ਕਰਕੇ ਆਪਣੇ ਕਨਵੀਨੀਅੰਸ ਦੇ ਹਿਸਾਬ ਨਾਲ ਨਾ ਤੁਸੀਂ ਆਪਣਾ ਪੈਨ ਡਰਾਈਵ ਯੂਜ਼ ਕਰ ਸਕਦੇ ਹੋ। ਤਾਂ ਮੈਂ ਫਿਜ਼ੀਕਲ ਕਲਾਸ ਕਿਤੇ ਨਹੀਂ ਲਿੱਤੀ ਮੈਂ ਐਕਚੁਅਲ ਦੱਸਾਂ ਤੁਹਾਨੂੰ। ਪਰ ਲੇਕਿਨ ਜੇ ਇੰਟਰ ਦੀ ਗੱਲ ਕਰੀਏ
ਤੇ ਇੰਟਰ ਤੇ ਮੈਂ ਜਲੰਧਰ ਤੋਂ ਜਿੱਦਾਂ ਬੇਸਿਕਲੀ ਬਿਲੋਂਗ ਕਰਦਾ ਤੇ ਮੈਂ ਜਲੰਧਰ ਤੋਂ ਹੀ ਲਿੱਤੀ ਸੀਗੀ ਸੀਏ ਤਰਨਜੀਤ ਸਰ ਐਂਡ ਸੀਏ ਗਗਨਜੋਤ ਮੈਮ। ਮੈਂ ਉਹਨਾਂ ਰਾਈਪ ਇੰਸਟੀਚਿਊਟ ਉਹਨਾਂ ਦਾ ਤੇ ਮੈਂ ਉੱਥੋਂ ਸਟੱਡੀ ਕੀਤਾ ਤੇ ਅੱਜ ਤੱਕ ਤਾਂ ਮਤਲਬ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਕਿਉਂਕਿ ਉਹਨਾਂ ਦੇ ਕਰਕੇ ਮੈਂ ਇੱਥੇ ਤੱਕ ਪਹੁੰਚਿਆ। ਉਹਨਾਂ ਦੀ ਹੀ ਗਾਈਡੈਂਸ ਰਹੀ, ਕੁਝ ਪੁਆਇੰਟਸ ਇੱਦਾਂ ਦੇ ਰਹੇ ਜਿਹੜੇ ਮੈਨੂੰ ਇੱਥੇ ਤੱਕ ਲੈ ਕੇ ਆਏ ਅੱਜ, ਨਹੀਂ ਤਾਂ ਇੱਦਾਂ ਨਹੀਂ ਆ ਸਕਦਾ ਸੀ। ਤੁਹਾਡੀ ਸਕੂਲਿੰਗ ਤੇ ਕਾਲਜ ਬਾਰੇ ਦੱਸਿਓ, ਕਿੱਥੋਂ ਤੁਸੀਂ ਸਟੱਡੀ ਕੀਤੀ ਹੈ? ਮੇਰੀ ਸਕੂਲਿੰਗ ਜੋ ਹੋਈ ਹੈ ਉਹ ਸੇਠ ਹੁਕਮਚੰਦ ਸਕੂਲ ਜਿਹੜਾ ਸੋਡਲ ਰੋਡ ਹੈਗੀ ਨਾ, ਉੱਥੋਂ ਹੀ ਮੇਰੀ ਮਤਲਬ ਸਾਰੀ ਸਕੂਲਿੰਗ ਮੇਰੀ ਉੱਥੋਂ ਹੀ ਅਪ ਟੂ +2 ਸਾਰੀ। ਤੇ ਬੀਕਾਮ ਜਿਹੜੀ ਆ ਮੇਰੀ ਜਿਹੜਾ ਕਾਲਜ ਸੀਗਾ ਉਹ ਮੇਰਾ ਦੁਆਬਾ ਕਾਲਜ ਸੀਗਾ। ਲਾਈਫ 'ਚ ਕਦੀ ਕੋਈ ਸਟਰਗਲ ਕਰਨਾ ਪਿਆ ਹੋਵੇ ਸਟੱਡੀ ਨਾਲ ਰਿਲੇਟਡ? ਸੀਏ ਕੋਈ ਸ਼ਾਇਦ ਇੱਦਾਂ ਦਾ ਹੋਏਗਾ ਨਹੀਂ ਜਿਹੜਾ ਕਹੇਗਾ ਕਿ ਮੇਰੀ ਸੀਏ ਦੀ ਸਟੱਡੀ ਲਾਈਫ ਬਿਨਾਂ ਸਟਰਗਲ ਦੇ ਚਲੀ ਗਈ। ਹਰ ਕਿਸੇ ਕੋਲ ਬਹੁਤ ਕਿੱਸੇ ਹੋਣਗੇ ਸੁਣਾਉਣ ਦੇ ਲਈ। ਜਿੱਦਾਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਜੇ ਆਪਾਂ ਆਊਟ ਸਟੇਸ਼ਨ ਆਡਿਟ 'ਤੇ ਜਾ ਰਹੇ ਹਾਂ ਤੇ ਰਾਤੀ 4-4 ਵਜੇ ਸੋਣਾ, ਸਵੇਰੇ 9 ਵਜੇ ਕਲਾਇੰਟ ਮੀਟ। ਕਿਉਂਕਿ ਦੇਖੋ ਟ੍ਰੇਨਿੰਗ ਨੂੰ ਟਾਈਮ ਦੇਣਾ ਐਟ ਮੋਸਟ ਇੰਪੋਰਟੈਂਟ ਹੈ, ਕਿਉਂਕਿ ਜੇ ਉਸ ਤੋਂ ਬਿਨਾਂ ਤੁਸੀਂ ਐਗਜ਼ਾਮਸ ਕਲੀਅਰ ਕਰ ਵੀ ਲਏ ਤੇ ਬਾਏ ਦਾ ਐਂਡ ਆਫ ਦਾ ਡੇ ਤੁਸੀਂ ਕੁਝ ਨਹੀਂ ਹੋ। ਚਾਹੇ ਤੁਸੀਂ ਇਹਨੂੰ ਹਾਰਸ਼ ਰਿਐਲਿਟੀ ਸਮਝ ਲਓ, ਪਰ ਲੇਕਿਨ ਜੇ ਤੁਸੀਂ ਟ੍ਰੇਨਿੰਗ ਨਹੀਂ ਕੀਤੀ ਨਾ, ਐਕਚੁਅਲੀ ਆਪਣੀ ਪ੍ਰੋਪਰ ਟ੍ਰੇਨਿੰਗ ਨਹੀਂ ਕੀਤੀ ਤੇ ਤੁਸੀਂ ਕਿਤੇ ਸਟੈਂਡ ਨਹੀਂ ਕਰਦੇ ਮਾਰਕੀਟ ਦੇ ਵਿੱਚ। ਤੇ ਉਸ ਟ੍ਰੇਨਿੰਗ ਦੇ ਨਾਲ ਸਟੱਡੀ ਨੂੰ ਮੈਨੇਜ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡੀ ਸਟਰਗਲ ਹੈ, ਕਿਉਂਕਿ ਰਾਤੀ ਜਾ ਕੇ ਕਲਾਸ, ਸਵੇਰੇ ਉੱਠੇ ਕਲਾਸ, ਤੇ ਮਤਲਬ ਉਹ ਕਲਾਸਿਸ ਨੂੰ ਮੈਨੇਜ ਕਰਨਾ ਇੱਕ ਪ੍ਰੋਪਰ ਸ਼ੈਡਿਊਲ ਦੇ ਨਾਲ ਉਹ ਆਪਣੇ ਆਪ 'ਚ ਬਹੁਤ ਵੱਡੀ ਸਟਰਗਲ ਹੈ। ਕਿਉਂਕਿ ਮੈਂ ਕੀਤੀ ਵੀ ਆਊਟ ਆਫ ਟਾਊਨ ਆ, ਚਲੋ ਕਿਉਂਕਿ ਮੈਂ ਘਰ ਰਹਿੰਦਾ ਵੀ ਨਹੀਂ ਸੀਗਾ ਤੇ ਉਹ ਪੈਂਪਰਿੰਗ ਜਿਹੜੀ ਘਰ ਦੀ ਸਾਨੂੰ ਮਿਲ ਜਾਂਦੀ ਹੈ ਉਹ ਬਿਲਕੁਲ ਨਹੀਂ ਮਿਲਦੀ। ਸਾਰਾ ਕੁਝ ਖੁਦ ਹੀ ਦੇਖਣਾ ਹੈ, ਖੁਦ ਹੀ ਸਭ ਕੁਝ ਮੈਨੇਜ ਕਰਨਾ ਹੈ, ਤੇ ਉਹ ਮੇਰੇ ਹਿਸਾਬ ਨਾਲ ਸ਼ਾਇਦ ਮੈਨੂੰ ਇੱਕ ਕੰਪਲੀਟ ਮੈਨ ਬਣਾਉਂਦੀ ਸੀਗੀ ਕਿ ਮੈਨੂੰ ਉਹਦੇ ਨਾਲ ਬਹੁਤ ਫਾਇਦਾ ਹੋਇਆ। ਹੁਣ ਆਪਾਂ ਇਹ ਜਾਣਨਾ ਚਾਹਾਂਗੇ ਤੁਹਾਡੇ ਕੋਲ ਕਿ ਤੁਹਾਡੇ ਬ੍ਰਦਰ ਤੁਹਾਡੇ ਨਾਲ ਹੀ ਸੀਏ ਬਣੇ ਨੇ, ਉਹਨਾਂ ਨੇ ਕਿੱਦਾਂ ਤੁਹਾਨੂੰ ਮਤਲਬ ਮੋਟੀਵੇਟ ਕੀਤਾ ਤੇ ਕਿੱਦਾਂ ਤੁਹਾਡਾ ਸਾਥ ਦਿੱਤਾ ਉਹਨਾਂ ਨੇ? ਦੇਖੋ ਬ੍ਰਦਰ ਦਾ ਵੀ ਬਹੁਤ ਮੇਜਰ ਰੋਲ ਰਿਹਾ, ਕਿਉਂਕਿ ਦੇਖੋ ਜੇ ਮੈਂ ਅੱਜ ਕਹਿ ਸਕਦਾ ਕਿ ਮੈਂ ਕੋਈ ਅਟੈਂਪਟ ਫੇਸ ਨਹੀਂ ਕੀਤੀ, ਮੈਂ ਫਸਟ ਅਟੈਂਪਟ 'ਚ ਕਲੀਅਰ ਹੋ ਗਿਆ, ਤੇ ਉਹਦਾ ਬਹੁਤ ਵੱਡਾ ਕਾਰਨ ਮੇਰਾ ਬ੍ਰਦਰ ਵੀ ਹੈ। ਕਿਉਂਕਿ ਗੱਲ ਹੈ ਕਿ ਜੇ ਮੇਰੇ ਬ੍ਰਦਰ ਨੇ ਕੋਈ ਫੇਲੀਅਰ ਦੇਖਿਆ ਤੇ ਉਹਨੇ ਮੈਨੂੰ ਪ੍ਰੋਪਰਲੀ ਗਾਈਡ ਕੀਤਾ ਕਿ ਇਸ ਜਗ੍ਹਾ 'ਤੇ ਇੱਦਾਂ ਦੀ ਗਲਤੀਆਂ ਹੋ ਜਾਂਦੀਆਂ, ਤਾਂ ਕਿ ਮੈਂ ਉੱਥੇ ਜਾ ਕੇ ਟਰਬਲ ਨਾ ਹੋਵਾਂ। ਉਹਨੇ ਜੋ ਚੀਜ਼ ਫੇਸ ਕੀਤੀ ਮੈਨੂੰ ਐਕਚੁਅਲੀ ਦੱਸਿਆ, ਤਾਂ ਕਿ ਮੈਂ ਉਹਦੇ ਲਈ ਤਿਆਰ ਹੋ ਕੇ ਜਾਵਾਂ ਕਿ ਮੇਰੇ ਲਈ ਅਨਐਕਸਪੈਕਟਿਡ ਨਾ ਹੋਵੇ। ਤੇ ਉਹਦਾ ਤੇ ਬਹੁਤ ਹੀ ਵੱਡਾ ਰੋਲ ਹੈ, ਤਾਂ ਹੀ ਮੈਂ ਫਸਟ ਅਟੈਂਪਟ ਪਾਸ ਕਰ ਸਕਿਆ। ਤੁਸੀਂ ਹੁਣ ਕਿੱਥੇ ਪ੍ਰੈਕਟਿਸ ਕਰ ਰਹੇ ਹੋ? ਇਸ ਵੇਲੇ ਪ੍ਰੈਜ਼ੈਂਟਲੀ ਮੇਰੇ 1-2 ਮੰਥਸ ਰਹਿੰਦੇ ਸੀਗੇ ਜੋ ਟ੍ਰੇਨਿੰਗ ਦੇ ਕੋਵਿਡ ਕਾਰਨ ਨਹੀਂ ਹੋ ਪਾਏ, ਤੇ ਮੈਂ ਪ੍ਰੈਜ਼ੈਂਟਲੀ ਜੈਕ ਐਂਡ ਐਸੋਸੀਏਟ ਸੀਗੇ ਹੈ ਜਸਵੀਰ ਵਾਲੀਆ ਮਾਡਲ ਟਾਊਨ, ਤੇ ਸੀਏ ਜਸਵੀਰ ਵਾਲੀਆ ਜੀ ਕੋਲ ਮੈਂ ਇਸ ਵੇਲੇ ਪ੍ਰੈਜ਼ੈਂਟਲੀ ਕੰਮ ਕਰ ਰਿਹਾ। ਆਪਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਹੈ ਤੁਹਾਡੇ ਦੋਨੋਂ ਬੇਟੇ ਬਣੇ? बहुत खुश हूँ, बहुत ज़्यादा खुश हूँ। मेरा सपना पूरा हो गया। मैं चाहती सी मेरे बच्चे अपना ऑफिस खोलन, ये सीए बनन, इन्हों का नाम इन्ना कि चमके कि मेरा ये सपना पूरा हो गया। मैं थैंक्स करदी ना कि भगवान ने मेरी मदद की है। ਕਿੱਦਾਂ ਜਦੋਂ ਇਹ ਸਟੱਡੀ ਕਰ ਰਹੇ ਸੀਗੇ ਤੁਸੀਂ ਕਿਵੇਂ ਇਹਨਾਂ ਨੂੰ ਸਪੋਰਟ ਕੀਤਾ? ਮੈਂ ਇਹਨਾਂ ਨੂੰ ਇੱਕੋ ਗੱਲ ਕਹੀ ਸੀ, ਬੇਟਾ ਆਪਣੀ ਸਟੱਡੀ 'ਤੇ ਫੋਕਸ ਕਰੋ, ਕਿਸੇ ਹੋਰ ਚੀਜ਼ 'ਤੇ ਨਹੀਂ ਸੋਚਣਾ। ਤੁਸੀਂ ਇਹ ਏਮ ਰੱਖਣਾ ਹੈ ਕਿ ਆਪਣਾ ਲਾਈਫ 'ਚ ਅਸੀਂ ਸੀਏ ਬਣਨਾ। ਅੱਜ ਅਸੀਂ ਮਿਹਨਤ ਕੀਤੀ ਹੈ ਨਾ, ਕੱਲ੍ਹ ਨੂੰ ਤੁਹਾਡੀ ਫੈਮਿਲੀ ਨੂੰ ਮਿਹਨਤ ਨਹੀਂ ਕਰਨੀ ਪਏਗੀ, ਤੁਹਾਡੇ ਬੱਚਿਆਂ ਨੂੰ ਕੋਈ ਸਟਰਗਲ ਨਹੀਂ ਰਹੇਗੀ, ਤੁਸੀਂ ਆਪਣਾ ਸਟੈਂਡ ਕਰ ਜਾਓਗੇ ਅਤੇ ਤੁਹਾਡੀ ਲਾਈਫ ਪੀਸਫੁਲੀ ਨਿਕਲੇਗੀ। ਤੁਸੀਂ ਇਹ ਐਕਸਪੈਕਟ ਕੀਤਾ ਸੀਗਾ ਕਿ ਬੇਟਾ ਟੌਪ ਕਰੇਗਾ ਜਲੰਧਰ 'ਚ? ਮੈਂ ਇਹਨੂੰ ਕਹਿਤਾ ਸੀਗਾ, ਹੁਣ ਮੈਂ ਕਹਿ ਦਿੱਤਾ ਸੀਗਾ, ਮੈਂ ਕਿਹਾ ਬੇਟਾ ਤੇਰੀ ਕੋਈ ਪੋਜੀਸ਼ਨ ਆਣੀ ਹੈ। ਕਹਿੰਦਾ ਨਹੀਂ। ਮੈਂ ਕਿਹਾ ਇੰਨੇ ਪਾਸ ਹੋਣਾ, ਤੇਰੀ ਪੋਜੀਸ਼ਨ ਆਣੀ ਹੈ। ਕਹਿੰਦਾ ਉਹ ਤੁਸੀਂ ਕਿੱਦਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਮਾਂ ਤੇ ਤੇਰੀ ਪੋਜੀਸ਼ਨ ਆਣੀ ਹੈ। ਸ਼ੁਰੂ ਤੋਂ ਹੀ ਬੱਚੇ ਇਦਾਂ ਹੀ ਐਕਸਲ ਕਰਦੇ ਸੀਗੇ ਐਕੈਡਮਿਕਸ 'ਚ? ਬਿਲਕੁਲ, ਸ਼ੁਰੂ ਤੋਂ ਹੀ ਐਸੇ ਕਹਿੰਦੇ ਪ੍ਰੀ ਨਰਸਰੀ ਤੋਂ ਇਹਨਾਂ ਨੂੰ ਹਮੇਸ਼ਾ ਪ੍ਰਾਈਜ਼ ਮਿਲਿਆ। ਇਹਨਾਂ ਦੇ ਟੀਚਰ ਵੀ ਇਹਨਾਂ ਦਾ ਸਾਥ ਦਿੱਤਾ ਹੈ। ਉਹਨਾਂ ਨੇ ਹਮੇਸ਼ਾ ਹੀ ਇਹਨਾਂ ਨੂੰ ਮੀਨਸ ਕਿ ਹਰ ਚੀਜ਼ 'ਚ ਸਪੋਰਟ ਕੀਤਾ, ਚਾਹੇ ਉਹ ਸਕੂਲ ਹੈ, ਚਾਹੇ ਉਹ ਕਾਲਜ ਹੈ, ਚਾਹੇ ਜਿਹਨਾਂ ਨੇ ਜਿੱਥੇ ਟ੍ਰੇਨਿੰਗ ਲੈਤੀ ਹੈ। ਮੈਂ ਇਸ ਕੋਲੋਂ ਲੱਕਲੀ ਹਾਂ ਵੀ ਇਹਨਾਂ ਨੂੰ ਸਾਰਾ ਸਟਾਫ ਬਹੁਤ ਅੱਛਾ ਮਿਲਿਆ। ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਤੁਹਾਡਾ ਕੀ ਸ਼ਡਿਊਲ ਰਹਿੰਦਾ ਸੀ ਸਟੱਡੀ ਦਾ? ਸ਼ਡਿਊਲ ਦੀ ਗੱਲ ਕਰੀਏ ਤਾਂ ਮੈਮ ਬਿਕੋਜ਼ ਆਪਾਂ ਟ੍ਰੇਨਿੰਗ ਐਕਚੁਅਲ 'ਚ ਕੀਤੀ ਸੀਗੀ ਅਤੇ ਬੇਸਿਕਲੀ ਹੁੰਦਾ ਸੀਗਾ ਕਿ ਸਾਨੂੰ ਡੇ ਟੂ ਡੇ ਰਿਪੋਰਟਿੰਗ ਆਫਿਸ 'ਚ ਕਰਨੀ ਪੈਂਦੀ ਸੀਗੀ। ਦੈਨ ਉਸ ਤੋਂ ਬਾਅਦ ਮਲਟੀਪਲ ਅਸਾਈਨਮੈਂਟਸ ਮਿਲ ਜਾਂਦੇ ਸੀਗੇ ਜਿਹਦੇ ਵਿੱਚ ਸਾਨੂੰ ਡੇ ਟੂ ਡੇ ਫੋਕਸ ਕਰਨਾ ਪੈਂਦਾ ਸੀ, ਰਿਪੋਰਟਿੰਗ ਕਰਨੀ ਪੈਂਦੀ ਸੀ, ਅਤੇ ਉਹਦੇ ਨਾਲ ਜਦੋਂ ਸਾਨੂੰ ਸਟੱਡੀ ਨੂੰ ਲੈ ਕੇ ਚੱਲਣਾ ਪੈਂਦਾ ਸੀਗਾ ਉਹ ਇੱਕ ਕਾਫੀ ਕੰਪਲੀਕੇਟਿਡ ਕਹਿ ਸਕਦੇ ਹੋ, ਟਫ ਟਾਸਕ ਕਹਿ ਸਕਦੇ ਹੋ, ਜਿਹਦੇ ਕਾਰਨ ਕੀ ਹੈ ਕਿ ਸਾਨੂੰ ਆਲਵੇਜ਼ ਆਪਣੀ ਬੁੱਕਸ ਨਾਲ ਕੈਰੀ ਕਰਨੀਆਂ ਹੀ ਪੈਂਦੀਆਂ ਸੀ, ਵੈਦਰ ਵੀ ਆਰ ਐਟ ਕਲਾਇੰਟ ਪਲੇਸ ਹੋਈਏ, ਚਾਹੇ ਆਪਾਂ ਆਪਣੇ ਆਫਿਸ 'ਚ ਹੋਈਏ, ਜਿੱਥੇ ਮਰਜ਼ੀ ਹੋਈਏ।
ਤਾਂ ਕਿ ਆਪਾਂ ਕਲਾਇੰਟ ਦਾ ਅਸਾਈਨਮੈਂਟ ਖਤਮ ਕਰਨ ਤੋਂ ਬਾਅਦ ਆਪਣੇ ਉੱਤੇ ਵੀ ਮਿਹਨਤ ਕਰ ਸਕੀਏ ਕਿ ਆਪਾਂ ਅੱਗੇ ਸਕਸੈਸ ਵੱਲ ਨੂੰ ਜਾਈਏ। ਤੇ ਇਹੀ ਸਾਰਾ ਸਾਡਾ ਪ੍ਰੋਸੈਸ ਚੱਲਿਆ ਕਿ ਨੀਅਰ ਅਬਾਊਟ 3 ਸਾਲ ਜੋ ਸਾਡੇ ਟ੍ਰੇਨਿੰਗ ਦੇ ਹੁੰਦੇ ਆ ਉਹਦੇ ਵਿੱਚ ਸਾਡਾ ਇਹੀ ਚੱਲਿਆ ਸਾਰਾ ਕਿ ਨਾਲ ਬੁੱਕਸ ਆਪਣੀ ਕੈਰੀ ਕਰੋ, ਰੈਗੂਲਰ ਡੇ ਬਾਏ ਡੇ ਸਟੱਡੀ ਕਰੋ। ਕਦੀ ਵੀ ਇੱਦਾਂ ਨਾ ਹੋਵੇ ਕਿ ਤੁਹਾਡਾ ਵਰਕ ਜਿਹੜਾ ਪਾਇਲ ਅਪ ਹੋ ਜਾਵੇ, ਇਕੱਠਾ ਹੋ ਜਾਵੇ, ਕਿਉਂਕਿ ਇਹਦੇ ਵਿੱਚ ਕੀ ਹੈ, ਜੇ ਤੁਸੀਂ ਸਟਾਰਟਿੰਗ ਤੋਂ ਹੀ ਆਪਣਾ ਟਾਈਮ ਟੇਬਲ ਬਣਾ ਕੇ ਨਹੀਂ ਚੱਲੋਗੇ ਤੇ ਅੱਗੇ ਜਾ ਕੇ ਤੁਹਾਨੂੰ ਕਾਫੀ ਟਰਬਲਸ ਫੇਸ ਕਰਨੇ ਪੈ ਸਕਦੇ ਆ। ਬਿਕੋਜ਼ ਜਿਸ ਤਰ੍ਹਾਂ ਨਾਲ ਸਟੱਡੀ ਦਾ ਵੋਲਿਊਮ ਹੈ ਉਹ ਆਪਣੇ ਆਪ 'ਚ ਹੀ ਬਹੁਤ ਜ਼ਿਆਦਾ ਹੈ, ਠੀਕ ਹੈ। ਤੇ ਤੁਹਾਨੂੰ ਬੈਸਟ ਇਹੀ ਹੈ ਕਿ ਆਪਣੇ ਡੇ ਟੂ ਡੇ ਕਰੋ ਸਟੱਡੀ ਤੇ ਨਾਲ ਆਪਣਾ ਹਰ ਚੀਜ਼ ਮੈਨੇਜ ਕਰੋ। ਪਲੱਸ ਮੇਨ ਚੀਜ਼ ਉਹ ਆ ਜਾਂਦੀ ਹੈ ਕਿ ਐਟਲੀਸਟ ਫੋਕਸ ਹੋਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਜੇ ਆਪਣੀ ਸਟੱਡੀ ਵੀ ਕਰਦੇ ਪਏ ਹੋ, ਆਫੀਸ਼ੀਅਲ ਵਰਕ ਵੀ ਕਰਦੇ ਪਏ ਹੋ, ਫਿਰ ਤੁਹਾਨੂੰ ਘਰ ਵੀ ਦੇਖਣਾ ਪੈਂਦਾ ਵੈ ਤੇ ਉਹ ਸਭ ਕੁਝ ਤੁਸੀਂ ਮਾਈਂਡ 'ਚ ਇੱਕ ਮੈਪ ਸਟ੍ਰੈਟਜੀ ਬਣਾ ਕੇ ਚੱਲਦੇ ਹੋ ਕਿ ਹਾਂ ਮੇਰਾ ਉਹ ਫੋਕਸ ਹੈ ਤੇ ਮੈਂ ਉੱਥੇ ਤੱਕ ਪਹੁੰਚਣਾ ਹੈ। ਉਹਦੇ ਲਈ ਮੈਨੂੰ ਅੱਜ ਇਹ ਕੁਝ ਸੈਕਰੀਫਾਈਸ ਕਰਨਾ ਪੈਂਦਾ ਹੈ, ਦੈਟ ਇਜ਼ ਵਰਥ ਵਾਈਲ ਜਦੋਂ ਮੈਂ ਉੱਥੇ ਤੱਕ ਪਹੁੰਚ ਜਾਊਂਗਾ। ਉਹ ਚੀਜ਼ ਹੈ ਮੈਮ ਸਾਰੀ। ਹਾਲੇ ਕਿੱਥੇ ਵਰਕ ਕਰ ਰਹੇ ਹੋ ਤੁਸੀਂ? ਹਾਲੇ ਕਰੰਟਲੀ ਮੈਂ ਵਰਧਮਾਨ ਟੈਕਸਟਾਈਲ ਦੇ ਨਾਲ ਐਸੋਸੀਏਟ ਹਾਂ ਲੁਧਿਆਣਾ ਦੇ ਵਿੱਚ, ਉੱਥੇ ਮੈਂ ਐਜ਼ ਐਨ ਇੰਟਰਨਲ ਆਡੀਟਰ ਕੰਮ ਕਰਦਾ ਪਿਆ ਵਾਂ। ਤੁਹਾਨੂੰ ਕਿੰਨੀ ਮੋਟੀਵੇਸ਼ਨ ਦਿੱਤੀ ਇਸ ਰਾਹ 'ਚ? ਇਸ ਰਾਹ 'ਚ ਮੈਮ ਫਿਰ ਉਹੀ ਆਪਾਂ ਬੈਕ ਟੂ ਦਾ ਰੂਟਸ ਆਈਏ ਤੇ ਮਦਰ ਨੇ ਹੀ ਗਾਈਡ ਕੀਤਾ ਕਿ ਠੀਕ ਹੈ, ਬੇਸਿਕ ਸਟਾਰਟਿੰਗ ਤੋਂ ਹੀ ਇਹ ਸੀਗਾ ਕਿ ਪੜ੍ਹਨਾ ਹੈ, ਆਪਣਾ ਡਰੀਮ ਇੱਕ ਅਚੀਵ ਕਰਨਾ ਵਾ, ਜਿਹੜਾ ਮਦਰ ਦਾ ਸੀਗਾ ਪਹਿਲਾਂ ਉਹਨਾਂ ਨੇ ਕੀਤਾ। ਜਿਸ ਤਰ੍ਹਾਂ ਮੇਰੇ ਬ੍ਰਦਰ ਨੇ ਵੀ ਇਲੈਬੋਰੇਟ ਕੀਤਾ ਕਿ ਉਹ ਨਹੀਂ ਕਰ ਪਾਏ ਆਪਣਾ ਕੰਮ, ਬਟ ਉਹ ਫੀਲਿੰਗਸ ਉਹਨਾਂ ਦੇ ਅੰਦਰ ਰਹਿ ਗਈਆਂ ਤਾਂ ਉਹ ਆਪਣਾ ਡਰੀਮ ਸਾਡੇ ਥਰੂ ਅਚੀਵ ਕਰਨਾ ਚਾਹੁੰਦੇ ਸੀ। ਦੈਟ ਇਜ਼ ਬੇਸਿਕਲੀ ਉਹਨਾਂ ਦਾ ਹੁਣ ਉਹ ਡਰੀਮ ਅਚੀਵ ਹੋ ਰਿਹਾ ਹੈ, ਸਾਨੂੰ ਵੀ ਖੁਸ਼ੀ ਹੋ ਰਹੀ ਹੈ ਤਾਂ ਉਹ ਤਾਂ ਸਾਡੇ ਤੋਂ ਬਹੁਤ ਜ਼ਿਆਦਾ ਖੁਸ਼ ਹੈ। ਔਰ ਇਹ ਚੀਜ਼ ਹੈ। ਜਿਹੜੇ ਨਵੇਂ ਸੀਏ ਬਣਨ ਲਈ ਆ ਰਹੇ ਹਨ, ਹੈ ਨਾ, ਜਿਹੜੇ ਸਟੂਡੈਂਟ ਸੋਚਦੇ ਨੇ ਸੀਏ ਬਣਨ ਦਾ ਸੁਪਨਾ ਦੇਖਦੇ ਨੇ, ਉਹਨਾਂ ਦੇ ਵਾਸਤੇ ਕੀ ਟਿਪਸ ਦੇਣਾ ਚਾਹੋਗੇ? ਉਹਨਾਂ ਦੇ ਵਾਸਤੇ ਸਿੰਪਲ ਇਹ ਟਿਪ ਮੈਂ ਇੱਕੋ ਲਾਈਨ 'ਚ ਕਹਿਣਾ ਚਾਹੂੰਗਾ ਕਿ ਇਹ 5 ਸਾਲ ਹੈ ਬੇਸਿਕਲੀ ਜਿਹੜੇ ਹੁੰਦੇ ਆ, ਜੇ ਆਪਾਂ ਇਹ 5 ਸਾਲ ਕਰ ਲਾਂਗੇ ਨਾ, ਇਹ ਬੇਸਿਕਲੀ ਉਹਦੀ ਮਦਰ ਦਾ ਹੀ ਮੰਤਰ ਹੈ, ਜੇ ਤੁਸੀਂ ਇਹ 5 ਸਾਲ ਪੜ੍ਹ ਲਓਗੇ ਤਾਂ ਅਗਲੇ 50 ਸਾਲ ਤੁਹਾਡੀ ਐਸ਼ ਹੈ। ਜੇ ਤੁਸੀਂ ਇਹ 5 ਸਾਲ ਆਪਣੀ ਚੀਜ਼ਾਂ ਨੂੰ ਸੈਕਰੀਫਾਈਸ ਨਹੀਂ ਕਰਦੇ ਤੇ ਅਗਲੇ 50 ਸਾਲ ਸਾਨੂੰ ਜਿਹੜੇ ਆ ਉਹ ਸਾਨੂੰ ਸਟਰਗਲ ਹੀ ਕਰਨੀ ਪੈਣੀ ਹੈ। ਐਟ ਦਾ ਐਂਡ ਉਹੀ ਹੈ ਕਿ 5 = 50 ਹੈ ਤੇ ਬੈਨੀਫਿਟ ਸਾਡਾ ਜਿਹੜੇ ਪਾਸੇ ਆਪਾਂ ਖੁਦ ਸੋਚ ਸਕਦੇ ਹਾਂ, ਉਹ ਚੀਜ਼ ਹੈ।